ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰਮਤਿ ਦੀ ਕਲਾਸ ਵਿੱਚ ਜੁੜ ਬੈਠੀ ਗੁਰੂ ਰੂਪ ਸਾਧ ਸੰਗਤ ਜੀ, ਵਡਭਾਗੇ ਹਾਂ। ਰੋਜ਼ਾਨਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਜੀਵਨ ਇਤਿਹਾਸ ਵਿੱਚੋਂ ਉਹਨਾਂ ਦੀਆਂ ਸਾਖੀਆਂ ਜੋ ਸਰਵਣ ਕਰ ਰਹੇ ਹਾਂ। ਅੱਜ ਅਸੀਂ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਜੀਵਨ ਵਿੱਚੋਂ ਜੋ ਖਰਾ ਸੌਦਾ ਹੈ, ਜਿਹਨੂੰ ਸੱਚਾ ਸੌਦਾ ਵੀ ਆਖਿਆ ਗਿਆ, ਉਹ ਸਾਖੀ ਜਿਹੜੀ ਆ ਸਰਵਣ ਕਰਨੀ ਹੈ। ਸੋ ਕੱਲ ਤੁਸੀਂ ਸਰਵਣ ਕੀਤਾ ਸੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਜੀਵਨ ਇਤਿਹਾਸ ਵਿੱਚੋਂ ਜੋ ਵੈਦ ਦੀ ਸਾਖੀ ਸੀ। ਗੁਰੂ ਨਾਨਕ ਪਾਤਸ਼ਾਹ ਜੀ ਨੇ ਕਿਸ ਤਰ੍ਹਾਂ ਉਹਨਾਂ ਨੂੰ ਆਖਿਆ ਸੀ, ਭੋਲਾ ਵੈਦ ਨਾ ਜਾਣੀ ਕਰਕ ਕਲੇਜੇ ਮਾਹੇ। ਅੱਜ ਗੁਰੂ ਨਾਨਕ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਜੋ ਉਹਨਾਂ ਨੇ ਖਰੇ ਸੌਦੇ ਦੀ, ਸੱਚੇ ਸੌਦੇ ਦੀ ਸਾਖੀ ਹੈ, ਜਿਸ ਵਿੱਚ ਉਹਨਾਂ ਨੇ ਸੱਚਾ ਸੌਦਾ ਕਰਨ ਦੀ ਜਿਹੜੀ ਸਾਨੂੰ ਸੋਝੀ ਬਖਸ਼ੀ ਹੈ। ਜਿਉਂ ਹੀ ਸਮਾਂ ਬਤੀਤ ਹੁੰਦਾ ਹੈ ਤੇ ਇੱਕ ਦਿਨ ਘਰ ਵਿੱਚ ਮਾਤਾ ਜੀ ਬੈਠੇ ਹੋਏ ਹਨ ਤੇ ਆਖ ਰਹੇ ਨੇ ਬੇਬੇ ਨਾਨਕੀ ਨੂੰ, ਜਿਉਂ ਦੀ ਠੰਡੀ ਰੁੱਤ ਆਈ ਹੈ ਕਾਕੀ, ਭਾਵ ਬੇਬੇ ਨਾਨਕੀ ਜੀ ਨੂੰ ਗੁਰੂ ਨਾਨਕ ਪਾਤਸ਼ਾਹ ਜੀ ਦੀ ਭੈਣ ਮਾਤਾ ਤ੍ਰਿਪਤਾ ਜੀ ਆਖ ਰਹੇ ਨੇ ਕਿ ਤੇਰੇ ਵੀਰ ਜੀ ਹੁਣ ਦਿਨੇ ਰਾਤ ਪਏ ਹੀ ਰਹਿੰਦੇ ਹਨ, ਨਾ ਉੱਠਦੇ ਹਨ, ਨਾ ਫਿਰਦੇ ਹਨ, ਨਾ ਰੋਗੀ ਤੇ ਨਾ ਹੀ ਕੋਈ ਚਿੰਤਾ। ਇਸੇ ਰੰਗ ਵਿੱਚ ਇੱਕ ਦਿਨ 3 ਪੰਡਤਾਂ ਦਰਸ਼ਨ ਨੂੰ ਆਏ, ਆ ਕੇ ਨਮਸਕਾਰ ਕੀਤੀ ਤੇ ਆਪਣੇ ਸ਼ਰਧਾ ਦੇ ਫੁੱਲ ਭੇਟ ਕੀਤੇ। ਬੇਬੇ ਜੀ ਆਖਦੀ ਹੈ, ਹੇ ਪੁੱਤਰ, ਤੇਰਾ ਵੀਰ ਇਸੇ ਤਰ੍ਹਾਂ ਸੁੱਤਾ ਹੀ ਪਿਆ ਰਹਿੰਦਾ ਹੈ, ਨਾ ਤੁਰਦੇ ਹਨ, ਨਾ ਕਿਸੇ ਨਾਲ ਘੁੰਮਦੇ ਹਨ, ਨਾ ਕਦੇ ਤੇਰੇ ਨਾਲ ਵੀ ਬੋਲੇ ਨਹੀਂ। ਅੱਗੋਂ ਮਾਤਾ ਨਾਨਕੀ ਜੀ, ਜਿਨ੍ਹਾਂ ਨੂੰ ਬੀਬੀ ਕਰਕੇ ਲਿਖਿਆ ਬੇਬੇ ਨਾਨਕੀ, ਕਹਿੰਦੇ ਨੇ ਅੰਮਾ ਜੀ ਘੱਟ ਹੀ ਬੋਲਦੇ ਹਨ, ਆਪਣੇ ਕਿਸੇ ਰੰਗ ਵਿੱਚ ਮਗਨ ਪਏ ਰਹਿੰਦੇ ਹਨ। 3 ਮਹੀਨੇ ਹੋਣ ਤੇ ਆਏ ਹਨ, ਇਹੋ ਹਾਲ ਆ। ਅੱਗੋਂ ਮਾਤਾ ਜੀ ਕਹਿੰਦੀ ਕਰੀਏ ਕੀ, ਇੱਕੋ ਇੱਕ ਪੁੱਤ, ਉਹ ਵੀ ਕਦੇ ਬੌਲਾ, ਕਦੇ ਕਮਲਾ, ਕਦੇ ਘਰ ਲੁਟਾਉਂਦਾ, ਕਦੇ ਪਿਆ ਰਹਿੰਦਾ, ਕਦੇ ਉਸਰਗੀਆ, ਕਦੇ ਦਲਗੀਰੀਆ। ਤੇ ਅੱਗੋਂ ਮਾਤਾ ਜੀ ਕਹਿੰਦੇ, ਹੇ ਭਗਵੰਤ ਭਗਵਾਨ, ਸਾਡੇ ਭਾਗ ਕਿਵੇਂ ਕਰੀਏ। ਅੱਗੋਂ ਮਾਤਾ ਜੀ ਜਦੋਂ ਇਹ ਗੱਲ ਆਖਦੇ ਨੇ ਤੇ ਬੀਬੀ ਨਾਨਕੀ ਜੀ, ਬੇਬੇ ਨਾਨਕੀ ਜੀ ਆਖਦੇ ਨੇ, ਅੰਮਾ ਜੀ ਇਉਂ ਨਾ ਆਖੋ, ਸਾਡੇ ਭਾਗ ਸਾਰੀ ਜਗਤ ਤੋਂ ਚੰਗੇ। ਵੀਰ ਜੀ ਸਾਰਿਆਂ ਤੋਂ ਉੱਚੇ, ਜੋ ਕੌਤਕ ਕਰਦੇ ਹਨ ਸਭ ਉਹਨਾਂ ਦੇ ਚੋਜ ਹਨ, ਉਹ ਜਗਤ ਦੀ ਹੋਸ਼ ਹਨ। ਮਾਂ ਜੀ ਕੰਬਲੇ ਨਾ ਆਖੋ। ਮਾਤਾ ਜੀ ਆਖਦੇ ਨੇ, ਕਾਕੀ ਤੈਨੂੰ ਪਤਾ ਨਹੀਂ ਕੀ ਦਿਸਦਾ, ਕਿਵੇਂ ਦਿਸਦਾ ਹੈ। ਸਾਡੀ ਤਾਂ ਨਮੋਸ਼ੀ ਨਾਲ ਜਾਨ ਨਿਕਲਦੀ ਜਾ ਰਹੀ ਹੈ, ਫਿਕਰਾਂ ਨਾਲ ਦਿਲ ਬਹਿ ਗਿਆ ਹੈ। ਹੋਸ਼ ਕਰੋ, ਉੱਠੇ ਤੁਰੇ। ਜੇ ਉਹ ਹੋਸ਼ ਕਰੇ, ਉੱਠੇ ਤੁਰੇ ਫਿਰੇ, ਕੰਮ ਕਾਜ ਕਰੇ, ਘਰ ਬਾਰ ਸਾਂਭੇ, ਸੋਹਣਾ ਖਟਾਊ ਪੁੱਤਰ ਬਣੇ, ਭਾਵ ਕਮਾਉਣ ਵਾਲਾ ਪੁੱਤਰ ਬਣੇ, ਦੌੜਦਾ ਦੌੜਦਾ ਆਵੇ, ਹੱਸੇ ਵਸੇ ਰਸੇ, ਖੁਸ਼ ਹੋਵੇ, ਖਿੜੇ। ਪਰ ਹਰ ਵੇਲੇ ਪਏ ਰਹਿਣਾ, ਕਦੇ ਰੋਣ ਲੱਗ ਜਾਣਾ, ਹੱਸਣ ਲੱਗਣਾ ਤਾਂ ਹੱਸੀ ਜਾਣਾ।
सिर मुद्धे पैना तां कई कई डंग रोटी भी भुल जानी। जे उठना तुरना फिरना तां बणां विच घर ਦੀਆਂ ਛਾਹਾਂ ਚੁੱਕਣੀਆਂ ਤੇ ਬਾਹਰ ਦੇ ਆਉਣੀਆਂ। ਇਹ ਕੀ ਹੋਸ਼ ਹੋਈ? ਘਰ ਘਰ ਵਿੱਚ ਇਹਦੀਆਂ ਗੱਲਾਂ ਦੀ ਚਰਚਾ ਹੈ। ਪਿਓ ਤੇਰੇ ਦੀ ਭੁੱਖ ਸੁੱਕ ਗਈ। ਆਖਦੇ ਹਨ ਕੀ ਕਰਾਂ ਤੇ ਕੀ ਨਾ ਕਰਾਂ। ਪਹਿਲਾਂ ਪਾਂਧੇ ਦੇ ਪੜ੍ਹਨੇ ਪਾਇਆ, ਜੋ ਲੇਖਾ ਚੋਖਾ ਸਿੱਖੇ, ਫਿਰ ਪੰਡਤ ਦੇ ਪਾਇਆ। ਉੱਥੇ ਕੁਝ ਨਾ ਬਣਿਆ ਤਾਂ ਮੁੱਲਾਂ ਦੇ ਪਾਇਆ। ਜੋ ਫਾਰਸੀ ਹੀ ਆ ਜਾਵੇ, ਅਸੀਂ ਆਲਮ ਲੋਕ ਹੋਏ ਵਿਦਿਆ ਪਾ ਜਾਏ ਤਾਂ ਕਿਸੇ ਚੰਗੇ ਅਹੁਦੇ ਤੇ ਪੜ ਜਾਵਾਂਗੇ। ਪਰ ਸਾਡੀ ਮਿਹਨਤ ਐਵੇਂ ਗਈ, ਨਾ ਪਾਂਧੇ ਨਾਲ ਨਾ ਮੁੱਲਾਂ ਕਿਸੇ ਨਾ ਟਿਕ ਕੇ ਪੜ੍ਹਿਆ। ਕਿਤੇ ਵੀ ਇਹਨੇ ਟਿਕ ਕੇ ਪੜ੍ਹਾਈ ਨਹੀਂ ਕੀਤੀ ਤੇਰੇ ਵੀਰ ਨੇ। ਫਿਰ ਕਿਹਾ ਅੱਛਾ ਜੇ ਇਸ ਦੇ ਭਾਗ ਮਿਹਨਤ ਮਜ਼ਦੂਰੀ ਦੇ ਹਨ ਤਾਂ ਗਊਆਂ ਮੱਝਾਂ ਚਾਰੇ, ਨਾਲੇ ਵਿਹਲਾ ਰਹੇ ਨਾਲੇ ਕੰਮ ਸਿੱਖੇ। ਵਗ ਲਿਆ ਦਿਆਂਗੇ ਤਾਂ ਆਪਣੇ ਗੁਜ਼ਾਰੇ ਜੋਗਾ ਹੋ ਕੇ ਘੱਟੋ ਘੱਟ ਸੁਖੀ ਤਾਂ ਹੋ ਜਾਵੇਗਾ। ਉਹ ਵੀ ਰਹੀ, ਖੇਤੀ ਕਰਨ ਵਿੱਚ ਲਾਇਆ ਉਹ ਵੀ ਉਜਾੜੀ। ਕਿਹੜਾ ਕਿੱਤਾ ਰਹਿ ਗਿਆ ਜਿਹੜਾ ਇਸਦੇ ਸਿਖਾਈਏ, ਜਿਹੜਾ ਇਹ ਸਿੱਖ ਕੇ ਤੇ ਖੁਸ਼ ਹੋਵੇ? ਕੋਈ ਵੀ ਕਿੱਤਾ ਨਹੀਂ ਰਹਿ ਗਿਆ। ਸਾਰੇ ਕਿੱਤਿਆਂ ਦੇ ਵਿੱਚ ਇਹਨੇ ਮਨ ਨਹੀਂ ਲਾਇਆ। ਕਿਹੜੀ ਕਾਰ ਰਹਿ ਗਈ ਜਿਸ ਵਿੱਚ ਇਸ ਨੂੰ ਲਾਈਏ? ਜੇ 4 ਦਿਨ ਉਹ ਸਰੱਗੀ ਫੜਦਾ ਹੈ ਤਾਂ 2 ਮਹੀਨੇ ਫਿਰ ਉਦਾਸੀ। ਭਾਵ 4 ਦਿਨ ਖੁਸ਼ ਰਹਿੰਦਾ ਏ ਤੇ 4 ਮਹੀਨੇ ਫਿਰ 2 ਮਹੀਨੇ ਫਿਰ ਉਦਾਸੀ ਵਿੱਚ ਬੈਠਾ ਰਹਿੰਦਾ। ਜਾ ਕੇ ਜੰਗਲਾਂ ਵਿੱਚ ਰਾਤਾਂ ਕੱਟਦਾ ਏ, ਦਿਨ ਕੱਟਦਾ ਏ। ਕਿਸੇ ਨਾਲ ਭਿੱਜਣਾ ਨਾ ਗੱਲਬਾਤ, ਘੱਟੋ ਘੱਟ ਤੇ ਕੋਈ ਗੱਲ ਤਾਂ ਕਰੇ। ਜੇ ਕੋਈ ਇਹਦੇ ਲਾਗੇ ਫਕੀਰ ਬਹਿੰਦਾ ਹੈ ਤੇ ਉਹਦੇ ਨਾਲ 2-4 ਗੱਲਾਂ ਕਰ ਲੈਂਦਾ ਹੈ। ਪਰ ਸਾਡੇ ਲਈ ਤੇ ਚੁੱਪਾਂ ਤੇ ਦੜ ਵੱਟਾ। ਕਿਹੜੀ ਗੱਲ ਦਾ ਮੈਂ ਮਾਣ ਕਰਾਂ ਤੇ ਤੇਰੇ ਵਾਂਗ ਆਖਾਂ ਡਾਟਾਂ ਚੰਗਾ ਏ? ਕਹਿੰਦੇ ਹਨ ਕਿ ਇੱਕ ਪੁੱਤ ਦੀ ਮਾਂ ਨਹੀਂ ਹੁੰਦੀ ਹੈ। ਉਹ ਗੱਲ ਸੱਚੀ ਹੈ। ਮੈਂ ਕੰਬਲੀ ਹੋਈ ਰਹਿੰਦੀ ਹਾਂ। ਇੱਕੋ ਇੱਕ ਪੁੱਤ, ਕਦੇ ਲੋਕਾਂ ਦੇ ਪੁੱਤਾਂ ਵਾਂਗੂ ਨਾ ਖਿੜਿਆ ਡਿੱਠਾ। ਅੱਗੋਂ ਬੇਬੇ ਨਾਨਕੀ ਜੀ ਆਖਦੀ ਹੈ ਮੰਮਾ ਜੀ ਠੀਕ ਪਏ ਆਂਦੇ ਹੋ, ਪਰ ਵੀਰ ਦੁਨੀਆ ਦਾ ਨਹੀਂ ਆ, ਵੀਰ ਧੁਰਾਂ ਦਾ ਏ। ਮੈਂ ਤਾਂ ਅਣਜਾਣੀ ਹਾਂ, ਪਰ ਮੈਨੂੰ ਝੌਲੇ ਤੇ ਝਲਕਾਰੇ ਜੋ ਪੈਂਦੇ ਹਨ ਵੀਰ ਦੇ, ਉਹ ਡਾਢੇ ਅਨੋਖੇ ਹਨ। ਵੀਰ ਖੇਤੀਆਂ ਹੁੰਦੇ ਦਾਰੀਆਂ ਲਈ ਨਹੀਂ। ਤੁਸੀਂ ਉਧਰਿਆ ਨਾ ਕਰੋ। ਜਿਹੜਾ ਮੇਰਾ ਵੀਰ ਹੈ ਇਹ ਇਹਨਾਂ ਕੰਮਾਂ ਵਾਸਤੇ ਨਹੀਂ ਆਇਆ। ਵੀਰ ਨੂੰ ਖੁਸ਼ ਰੱਖੋ, ਤਦ ਦੇਖੋ ਕੋਈ ਗੱਲ ਐਸੀ ਨਿਕਲੇਗੀ ਕਿ ਤੁਸੀਂ ਖੁਸ਼ ਹੋਵੋਗੇ। ਅੰਮਾ ਜੀ ਤੁਸੀਂ ਕਿਵੇਂ ਪਏ ਆਖੇ? ਵੀਰ ਜੀ ਡਾਢੇ ਉੱਚੇ ਹਨ। ਉਹ ਤਾਂ ਮਾਂ ਜੀ ਨਿਰੇ ਚਾਨਣ ਹਨ। ਮੈਂ ਆਪਣੇ ਅੱਖੀਂ ਡਿੱਠਾ। ਅੱਗੋਂ ਮਾਤਾ ਤ੍ਰਿਪਤਾ ਜੀ ਆਖਦੇ ਨੇ ਭੈਣਾਂ ਨੂੰ ਵੀਰਾਂ ਨਾਲ ਮੋਹ ਹੁੰਦਾ ਏ, ਡਾਢਾ ਕੂਲਾ ਕੂਲਾ ਪਿਆਰ। ਤਦੇ ਤੂੰ ਵੀ ਵੀਰ ਦਾ ਜਿਹੜਾ ਵਾ ਪੱਖ ਕਰਦੀ ਹੈ। ਪਰ ਕਦੇ ਤੂੰ ਸਮਝਾਇਆ ਵੀ ਏ ਕਿ ਮਾਂ ਪਿਓ ਕਲਪਦੇ ਹਨ, ਇਹਨਾਂ ਦੇ ਆਖੇ ਲੱਗ। ਬੱਚੀ ਤੈਨੂੰ ਵੀ ਸਮਝਾਇਆ ਬਣਦਾ ਹੈ। ਅੱਗੋਂ ਬੇਬੇ ਨਾਨਕੀ ਜੀ ਆਖਦੇ ਨੇ ਅੰਮਾ ਜੀ ਮੈਂ ਅਮਰੋਂ ਤਾਂ ਵੱਡੀ ਠਹਿਰੀ, ਪਰ ਉਂਝ ਤਾਂ ਉਹ ਵੱਡੇ ਹਨ। ਹਾਂ ਡਾਢੇ ਉੱਚੇ ਹਨ। ਉੱਚੇ ਨੂੰ ਮੈਂ ਕੀ ਆਖਾਂ। ਮੇਰੇ ਨਾਲ ਜੇ ਕੋਈ ਗੱਲ ਕਰਦੇ ਹਨ ਤਾਂ ਇਹ ਕਿ ਜੋ ਦਿਸਦਾ ਹੈ ਭੁਲਾਵਾ ਹੈ, ਇਸ ਦੇ ਵਿੱਚ ਅਸਲ ਹੋਰ ਹੈ। ਫਿਰ ਉਹਦੀਆਂ ਗੱਲਾਂ ਡਾਢੇ ਪਿਆਰ ਨਾਲ ਕਰੀ ਜਾਂਦੇ ਹਨ ਤੇ ਨੈਣ ਛਮ ਛਮ ਵਹਿੰਦੇ ਹਨ। ਜੇ ਮੈਂ ਕਦੇ ਆਖਦੀ ਹਾਂ ਕਿ ਮਾਂ ਤੇ ਪਿਤਾ ਜੀ ਦੁਖੀ ਹਨ, ਕੁਛ ਉਹਨਾਂ ਦੇ ਵੀ ਸੁਣਿਆ ਕਰੋ, ਤਾਂ ਮੈਨੂੰ ਵੰਨੇ ਤੱਕ ਕੇ ਕਹਿੰਦੇ ਹਨ ਬੀਬੀ ਤੂੰ ਵੀ ਉਹ ਗੱਲਾਂ ਕਰਨ ਲੱਗ ਗਈ। ਫਿਰ ਮਾਂ ਜੀ ਮੇਰੇ ਅੰਦਰ ਇਹ ਖੋਹ ਪੈ ਕੇ ਮੈਂ ਚੁੱਪ ਕਰਕੇ ਬਹਿ ਜਾਂਦੀ ਹਾਂ
ਤੇ ਆਪ ਮੁਹਾਰੀ ਕਹਿ ਦਿੰਦੀ ਹਾਂ, ਨਹੀਂ ਵੀਰ ਜੀ, ਜਿਵੇਂ ਤੁਸਾਂ ਦੀ ਰਜਾ, ਤੁਸੀਂ ਬੜੇ ਉੱਚੇ ਹੋ। ਕਿਸੇ ਵੇਲੇ ਮੈਂ ਕਹਿੰਦੀ ਹਾਂ, ਪਿਤਾ ਜੀ ਡਾਢੇ ਦੁੱਖ ਵਿੱਚ ਹਨ, ਤਾਂ ਅਰਸ਼ਾਂ ਵੱਲ ਤੱਕ ਕੇ ਨੈਣ ਭਰ ਲੈਂਦੇ ਤੇ ਕਹਿੰਦੇ ਹਨ, ਹਾਂ ਭੈਣ ਜੀਓ, ਜਗਤ ਬੜਾ ਦੁਖੀ ਹੈ। ਪਤਾ ਨਹੀਂ ਅੰਮਾ ਇਹਦਾ ਕੀ ਮਤਲਬ ਹੈ। ਮਾਤਾ ਤ੍ਰਿਪਤਾ ਜੀ ਆਖਦੇ ਹਨ, ਧੀਏ ਹੁਣ 2 ਮਹੀਨੇ ਮੁੱਧੜੇ ਮੂੰਹ ਪਿਆ ਰਹਿਣ ਨੂੰ ਆਏ। ਕਦੇ ਇਹ ਤਾਂ ਸਮਝਾ ਭਈ ਹੋਰ ਤਾਂ ਛੱਡਿਆ ਆਪਣੇ ਸਰੀਰ ਦੀ ਹੋਸ਼ ਕਰੇ। ਅੱਗੋਂ ਬੇਬੇ ਨਾਨਕੀ ਜੀ ਆਖਦੇ ਨੇ, ਮਾਂ ਜੀ ਇਹਨਾਂ ਦਿਨਾਂ ਵਿੱਚ ਮੈਂ ਜਦ ਕਦੇ ਉਹਨਾਂ ਕੋਲ ਗਈ, ਹਿੱਕੇ ਆਵਾਜ਼ ਮਾਰੀ, ਵੀਰ ਜੀ, ਤਾਂ ਅੱਗੋਂ ਕੋਏ ਨਹੀਂ। ਮੈਂ ਮਲਕੜੇ ਪਾਸ ਬਹਿ ਗਈ, ਤਾਂ ਸਹਿਜੇ ਮੈਨੂੰ ਇੱਕ ਲੋ ਵੀਰ ਜੀ ਦੇ ਦੁਆਲੇ ਦਿਸਣ ਲੱਗ ਪਈ। ਉਹ ਲੋ ਬਾਹਰ ਦੇ ਚਾਨਣੇ ਦੀ ਨਹੀਂ ਸੀ। ਇੱਕ ਦਿਨ ਇਸੇ ਤਰ੍ਹਾਂ ਉਸ ਲੋ ਵਿੱਚ ਚਾਨਣੇ ਜਿਹੇ ਦੇ ਬਣੇ ਹੋਏ ਅਮਿੱਟ ਲੋਕੀ ਉਹਨਾਂ ਦੇ ਦੁਆਲੇ ਤੱਕੇ। ਇੱਕ ਦਿਨ ਉੱਥੇ ਡਾਢੀ ਮਿੱਠੇ ਗਾਉਣਾਂ ਦੀ ਆਵਾਜ਼ ਮੁਹਾਰੀ ਪਈ। ਪਾਸ ਬੈਠਿਆਂ ਕਲੇਜਾ ਠਰਦਾ ਹੈ। ਚਿੱਤ ਕਿਸੇ ਸਵਾਦ ਵਿੱਚ ਗੁੰਮਦਾ ਜਾਂਦਾ ਹੈ। ਸੋ ਮੈਂ ਜਿੰਨੀ ਵੇਰ ਅੰਮੀ ਜੀ ਗਈ ਹਾਂ, ਅਦਬ ਤੇ ਸਹਿਮ ਨਾਲ ਠਿਠੰਬਰ ਗਈ ਤੇ ਕੁਝ ਕਹਿ ਨਹੀਂ ਸਕੀ। ਅੱਗੋਂ ਮਾਂ ਆਖਦੀ ਹੈ, ਤੂੰ ਵੀ ਖਬਰੇ ਵੀਰ ਦੇ ਮਗਰੇ ਬੌਲੀ ਹੋ ਚੱਲੀ ਹੈ। ਕੁੜੀਏ ਹੋਸ਼ ਕਰ, ਉਹ ਤਾਂ ਆਦਮੀ ਹੈ, ਜਿਵੇਂ ਕਿਵੇਂ ਦਿਨ ਕੱਟ ਸਕਦਾ ਹੈ। ਤੂੰ ਧੀ ਦਾ ਧਨ ਹੈ, ਤੂੰ ਤਾਂ ਸੱਸ ਨਿਨਾਣਾਂ ਨਾਲ ਕੱਟਣੀ ਹੈ। ਤੂੰ ਵੀ ਜੇ ਇਹੋ ਬੋਲੀਆਂ ਪਾਉਣ ਸਿੱਖ ਗਈ ਤਾਂ ਕੀ ਬਣੇਗਾ। ਹੋਸ਼ ਕਰ, ਸੰਭਲ, ਵਹਿਮਾਂ ਵਿੱਚ ਨਹੀਂ ਪਈਦਾ। ਆਪ ਮੁਹਾਰੇ ਅਮਰੀ ਲੋਕ ਪਏ ਤੁਹਾਨੂੰ ਭੈਣਾਂ ਭਰਾਵਾਂ ਨੂੰ ਦੇਦੇ ਹਨ, ਤੇ ਅਸੀਂ ਪਾਸ ਬੈਠੇ ਰੋਂਦੇ ਕਰਲਾਉਂਦੇ ਨਹੀਂ ਦੇਦੇ। ਹਾਂ ਮਾਂ ਫਿਰ ਆਖਦੀ, ਹਾਂ ਮਾਂ ਪਿਓ ਪਏ ਪੁੱਜਣ, ਖੇਸ ਕਬੀਲਾ ਪਿਆ ਪਿੱਟੇ, ਨਮੋਸ਼ੀ ਪਏ ਹੋਵੇ, ਤੇ ਤੁਸੀਂ ਪਏ ਦਿਨ ਵਿੱਚ ਦੀਵੇ ਸੁਪਨਿਆਂ ਵਿੱਚ ਉਡਾਰੀਆਂ ਮਾਰੋ। ਭਾਵ ਕਿ ਮਾਂ ਪਿਓ ਨਮੋਸ਼ੀ ਵਿੱਚ ਪਏ ਹੋਣ ਤੇ ਤੁਸੀਂ ਆਪਣੇ ਹੀ ਦੀਵਿਆਂ ਦੀ ਰੋਸ਼ਨੀ ਵਿੱਚ ਖੁੱਭੇ ਹੋਵੋ। ਅੱਗੋਂ ਬੇਬੇ ਨਾਨਕੀ ਜੀ ਨੈਣ ਭਰ ਕੇ ਭਾਵ ਅੱਖਾਂ ਵਿੱਚ ਪਾਣੀ ਆ ਗਿਆ ਤੇ ਆਪਣੀ ਮਾਂ ਨੂੰ ਆਖਦੇ ਨੇ, ਅੰਮੀ ਜੀ ਗੁੱਸੇ ਨਾ ਹੋਵੋ। ਡਾਢੇ ਚੰਗੇ ਅੰਮੀ ਜੀ, ਮੇਰਾ ਜੀ ਖੁੱਸਦਾ ਹੈ, ਤੁਸੀਂ ਗੁੱਸੇ ਨਾ ਹੋਵੋ। ਮਾਂ ਜੀ ਵੀਰ ਡਾਢਾ ਉੱਚਾ ਵਾ। ਦੇ ਕਹਿੰਦੀ ਬੀਬੀ ਦਾ ਗੱਚ ਨਾ ਠੱਲਿਆ ਗਿਆ। ਮਤਲਬ ਇਹ ਕਹਿੰਦਿਆਂ ਬੇਬੇ ਨਾਨਕੀ ਜੀ ਦਾ ਜਿਹੜਾ ਗਲਾ ਏ ਉਹ ਭਰ ਗਿਆ। ਜਿਸ ਤਰ੍ਹਾਂ ਕਿਸੇ ਨਾਲ ਪਿਆਰ ਦੀ ਗੱਲ ਕੀਤੀ ਹੋਵੇ ਤੇ ਕੋਈ ਉਹਨੂੰ ਕੁਛ ਆਖੇ ਤੇ ਫਿਰ ਪਿਆਰ ਦੇ ਵਿੱਚ ਗਲ ਭਰ ਆਉਂਦਾ ਹੈ। ਤੇ ਬੇਵੱਸੀ ਜਿਹੀ ਹੋ ਕੇ ਬੇਬੇ ਨਾਨਕੀ ਜੀ ਦੇ ਅੱਖਾਂ ਵਿੱਚੋਂ ਜਿਹੜਾ ਉਹ ਰੋਣ ਨਿਕਲ ਆਉਂਦਾ ਹੈ। ਮਾਂ ਨੇ ਧੀ ਨੂੰ ਗਲ ਨਾਲ ਲਾਇਆ। ਕਿਉਂਕਿ ਇੰਨੀ ਭਰਾ ਦੇ ਪ੍ਰੇਮ ਵਿੱਚ ਬੱਝੀ ਹੋਈ ਰੋਣ ਲੱਗ ਪਈ ਤੇ ਮਾਂ ਨੇ ਝੱਟ ਗਲ ਨਾਲ ਲਾਇਆ। ਸਿਰ ਤੇ ਪਿਆਰ ਦਿੱਤਾ, ਮੱਥਾ ਸੁੰਘਿਆ, ਪਰ ਉਹਦਾ ਗੱਚ ਭਾਵ ਅਜੇ ਵੀ ਭਰਿਆ ਪਿਆ। ਹੌਲੀ ਹੌਲੀ ਰੋਂਦੀ ਸਿਸਕੀਆਂ ਤੇ ਸਿਸਕੀਆਂ ਤੇ ਆ ਗਈ ਜਦ ਮਾਂ ਦੀ ਛਾਤੀ ਨਾਲ ਲੱਗ ਗਈ ਤੇ ਸੌਂ ਗਈ। ਇੰਨੇ ਨੂੰ ਮਹਿਤਾ ਕਾਲੂ ਜੀ ਆ ਗਏ। ਇਹ ਮਾਂ ਤੇ ਧੀ ਦਾ ਆਪਸ ਵਿੱਚ ਜੋ ਗੱਲਬਾਤ ਹੈ, ਆਪ ਜੀ ਨੇ ਜੋ ਸਾਖੀ ਸਰਣ ਕੀਤੀ ਹੈ ਕਿ ਕਿਸ ਤਰ੍ਹਾਂ ਮਾਂ ਤੇ ਧੀ, ਮਾਂ ਤ੍ਰਿਪਤਾ ਜੀ ਤੇ ਧੀ ਬੇਬੇ ਨਾਨਕੀ ਜੀ ਦੋਵੇਂ ਆਪਸ ਵਿੱਚ ਗੱਲਾਂ ਪਈਆਂ ਕਰਦੀਆਂ ਨੇ ਤੇ ਇੱਕ ਦੂਜੀ ਨੂੰ ਇਹ ਗੱਲ ਦੱਸਦੀਆਂ ਨੇ। ਬੇਬੇ ਨਾਨਕੀ ਜੀ ਆਖਦੀ ਹੈ ਮਾਂ ਕਿ ਉਹ ਨਿਰੰਕਾਰੀ ਜੋਤ ਹੈ, ਤੁਸੀਂ ਨਹੀਂ ਸਮਝਣਾ। ਮਾਂ ਕਹਿੰਦੀ ਹੈ ਕਿ ਜੋ ਸੰਸਾਰ ਵਿੱਚ ਇੱਕ ਪਿਓ ਨੂੰ ਤੇ ਇੱਕ ਧੀ ਨੂੰ, ਮਾਫ਼ ਕਰਨਾ ਇੱਕ ਮਾਂ ਨੂੰ ਪੁੱਤ ਤੋਂ ਆਸ ਹੁੰਦੀ ਹੈ, ਉਸ ਆਸ ਤੋਂ ਪੁੱਤ ਜਿਹੜਾ ਵਾ ਉਹ ਵਿਗੜਿਆ ਦਿਸਦਾ ਹੈ। ਇਸ ਤਰੀਕੇ ਦੇ ਨਾਲ ਇਹ ਗੱਲਾਂ ਕਰਦਿਆਂ ਜਦ ਮਾਂ ਜ਼ਿਆਦਾ ਗੁੱਸੇ ਵਿੱਚ ਆਉਂਦੀ ਹੈ ਤੇ ਧੀ ਜਿਹੜੀ ਹੈ ਉਹ ਭਰਾ ਦੇ ਪਿਆਰ ਵਿੱਚ ਬੱਝੀ ਹੋਈ ਰੋਣ ਲੱਗ ਪੈਂਦੀ ਹੈ। ਰੋਂਦਿਆਂ ਸਿਸਕੀਆਂ ਤੇ ਆਉਂਦੀ ਹੈ, ਮਾਂ ਗਲਾਵੇ ਵਿੱਚ ਲੈਂਦੀ ਹੈ ਤੇ ਧੀ ਸੌਂ ਜਾਂਦੀ ਹੈ। ਇੰਨੇ ਨੂੰ ਜਿਹੜਾ ਵਾ
ਭਾਈ ਵੀਰ ਸਿੰਘ ਜੀ ਲਿਖਦੇ ਨੇ ਕਿ ਮਹਿਤਾ ਕਾਲੂ ਜੀ ਘਰ ਵਿੱਚ ਪ੍ਰਵੇਸ਼ ਕਰਦੇ ਨੇ। ਮਾਂ ਨੇ ਧੀ ਨੂੰ ਸਿਰਹਾਣਾ ਰੱਖ ਕੇ ਲਿਟਾ ਦਿੱਤਾ ਤੇ ਆਪ ਰੋਟੀ ਖਿਲਾਉਣ ਦੇ ਆਹਰ ਲੱਗੀ। ਰੋਟੀ ਖਾਂਦਿਆਂ ਆਪ ਨੇ ਪੁੱਛਿਆ, ਤ੍ਰਿਪਤਾ, ਨਾਨਕ ਉੱਠਿਆ ਕਿ ਨਹੀਂ? ਮਾਂ ਤ੍ਰਿਪਤਾ ਆਖਦੀ ਹੈ, ਬਸ ਉੱਠ ਕੇ ਬਾਹਰ 2 ਘੜੀਆਂ ਲਾ ਕੇ ਆ ਗਿਆ ਹੈ। ਫਿਰ ਉਸੇ ਤਰ੍ਹਾਂ ਪਿਆ ਹੈ। ਪਰਸੋਂ ਦੀ ਰੋਟੀ ਖਾਧੀ। ਉਹ ਵੀ ਬੀਬੀ ਭਾਵ ਬੇਬੇ ਨਾਨਕੀ ਜੀ ਨੇ ਮਿੰਟ ਤਰਲੇ ਨਾਲ 2 ਬੁਰਕੀਆਂ ਖਵਾ ਕੇ ਆਈ। ਅੱਗੋਂ ਪਿਤਾ ਜੀ ਆਖਦੇ ਨੇ, ਕਾਲੂ ਜੀ, ਬੀਬੀ ਨੂੰ ਹੀ ਕਹੋ ਕੁਝ ਸਮਝਾਵੇ, ਮੱਤ ਦੇਵੇ, ਉਹਦਾ ਆਖਾ ਤਾਂ ਨਹੀਂ ਮੋੜਦਾ। ਅੱਗੋਂ ਮਾਤਾ ਤ੍ਰਿਪਤਾ ਜੀ ਆਖਦੇ ਨੇ, ਅੱਜ ਉਹ ਗੱਲ ਕੀਤੀ ਸੀ। ਬੀਬੀ ਨੂੰ ਵੀ ਆਖਿਆ ਸੀ ਕਿ ਵੀਰ ਨੂੰ ਕੋਈ ਮੱਤ ਦੇ। ਦਲਿੱਦਰ ਛੱਡੇ, ਉੱਠੇ, ਨਹਾਵੇ ਧੋਵੇ, ਖਾਵੇ ਪੀਵੇ, ਕੋਈ ਕਿੱਤਾ ਕਰੇ, ਸੋਹਣਾ ਉਜਲਾ ਹੋ ਕੇ ਪਰੇ ਵਿੱਚ ਛਾਤੀ ਕੱਢ ਕੇ ਬੈਠੇ। ਪਰ ਮੈਂ ਅਜੇ ਸਮਝਾਉਂਦੀ ਹੀ ਸੀ ਕਿ ਬੀਬੀ ਨੂੰ ਗੱਚ ਭਰ ਆਇਆ, ਭਾਵ ਰੋਣ ਲੱਗ ਪਈ ਤੇ ਆਖੇ, ਇੱਕੋ ਗੱਲ ਆਖੀ ਜਾਵੇ, ਵੀਰ ਡਾਢਾ ਉੱਚਾ ਹੈ, ਤੁਸੀਂ ਕੁਝ ਨਾ ਆਖੋ, ਆਪੇ ਜੋ ਚਾਹੇ ਕਰੇਗਾ। ਉਸਦੇ ਚੋਜ ਹਨ। ਨਾਲੇ ਕਹਿੰਦੀ ਸੀ, ਮੈਂ ਉਸਦੇ ਦੁਆਲੇ ਕੋਈ ਮਿੱਠੀ ਪਿਆਰ ਚਾਨਣੇ ਦੀ ਲੋ ਵਹਿੰਦੀ ਹਾਂ। ਉਹਦੇ ਦੁਆਲੇ ਅਮਰੀ ਰਾਗ ਹੁੰਦੇ ਹਨ। ਉਸਦੇ ਪਾਸ ਚਾਨਣੇ ਦੇ ਜੀਉ ਹਜ਼ਾਰਾਂ ਪਏ ਅਦਬਾਂ ਵਿੱਚ ਖੜਦੇ ਦਿਸਦੇ ਹਨ। ਮੈਂ ਤਾਂ ਸੁਣ ਕੇ ਕੰਬੀ। ਜਿਸ ਰਾਹੇ ਪੁੱਤ ਗਿਆ, ਉਸੇ ਰਾਹੇ ਧੀ ਚੱਲੀ। ਅਸੀਂ ਹੀ ਇਹ ਭਗਵਾਨ ਜਗਤ ਵਿੱਚ ਹਾਸੋਹੀਣੇ ਹੋਣ ਲਈ ਰਹਿ ਗਏ ਹਾਂ। ਪਰ ਬੀਬੀ ਨੂੰ ਮੇਰੇ ਕੁਝ ਆਖੇ ਬਿਨਾਂ ਹੀ ਏਡਾ ਵਿਰਾਗ ਛੁੱਟਾ ਜੋ ਛਾਤੀ ਨਾਲ ਲੱਗ ਕੇ ਰੋਈ। ਬਸ ਨਹੀਂ ਕੀਤੀ। ਰੋਂਦੀ ਰੋਂਦੀ ਹੀ ਸੌਂ ਗਈ। ਹੁਣੇ ਤੁਹਾਡੇ ਆਇਆਂ ਲੰਮੀ ਪਾ ਕੇ ਆਈ ਹਾਂ। ਸੋ ਦੱਸੋ ਕਿਸ ਨੂੰ ਸਮਝਾਵਾਂ? ਮੈਂ ਕੋਲ ਜਾਂਦੀ ਹਾਂ ਤਾਂ ਕਦੇ ਹਾਂ ਹੂੰ ਕਰਦਾ ਹੈ ਤੇ ਕਦੇ ਬੋਲਦਾ ਹੀ ਨਹੀਂ। ਦੌਲਤਾਂ ਜਾਂਦੀ ਹੈ ਤਾਂ ਉਹ ਵੀ ਮਿੰਨਤ ਤਰਲੇ ਕਰਕੇ ਮੁੜ ਆਉਂਦੀ ਹੈ। ਉਹ ਵੀ ਡਰਦੀ ਹੈ, ਕਈ ਗੱਲਾਂ ਕਹਿੰਦੀ ਹੈ। ਉਹ ਜਿਹੀਆਂ ਵਹਿਮਾਂ ਭਰੀਆਂ। ਸੋ ਮੈਂ ਤੀਵੀਂ ਮਾਣੀ ਕੀ ਕਰਾਂ? ਤੁਸੀਂ ਕੋਈ ਉਪਰਾਲਾ ਸੋਚੋ। ਅੱਗੋਂ ਪਿਤਾ ਜੀ ਆਖਦੇ ਨੇ, ਮੱਥੇ ਉੱਤੇ ਹੱਥ ਰੱਖ ਕੇ, ਮੈਂ ਕੀ ਕਰਾਂ? ਮਾਂਦਰੀ ਸੱਦੇ, ਝਾੜੇ ਕਰਾਏ, ਵੈਦ ਬੁਲਾਏ, ਦਾਰੂ ਦਿੱਤੇ, ਪਾਂਧੇ ਮੁੱਲਾਂ ਅਣਵਾਏ, ਭਾਵ ਉਹਨਾਂ ਦੇ ਕੋਲ ਭੇਜਿਆ ਸੱਦਿਆ, ਕਿਸੇ ਦੀ ਕੋਈ ਨਾ ਚੱਲੀ। ਆਪ ਸਮਝਾਇਆ। ਚਾਚੇ ਲਾਲੂ ਨੇ ਮਹੀਨਿਆਂ ਬੱਧੀ ਸਿਰ ਮਾਰੇ, ਪਰ ਕੁਛ ਨਾ ਬਣਿਆ। ਜਿਸਨੇ ਸਮਝਾਇਆ ਅੱਗੋਂ ਉਹਦੀਆਂ ਤਿੱਖੀਆਂ ਤੋਂ ਕੰਬਣੀਆਂ ਸੁਣੀਆਂ, ਜਾਂ ਇੱਕੋ ਚੁੱਪ ਵੇਖੀ। ਕੀ ਕਰੀਏ? ਪਰਚਾਵੇ ਲਈ ਯਤਨ ਲਾਏ, ਪੜ੍ਹਨੇ ਪਾਇਆ, ਮੱਝਾਂ ਚਾਰਨ ਤੋਰਿਆ, ਖੇਤਾਂ ਵਿੱਚ ਲਾਇਆ, ਪਰ ਸਭੇ ਗੱਲਾਂ 4 ਦਿਨ। ਨਾਨਕ ਫਿਰ ਉਵੇਂ ਉਦਾਸੀਆਂ ਵਿੱਚ ਤੇ ਦਲਗੀਰੀਆਂ ਵਿੱਚ। ਭਗਵਾਨ ਨੇ ਵੱਡੀ ਉਮਰੇ ਪੁੱਤ ਦਿੱਤਾ ਤਾਂ ਸਹੀ, ਪਰ ਹਾਏ ਅਜਿਹਾ ਲਾਲ ਦਿੱਤਾ ਕਿ ਜਿਸ ਤੋਂ ਕੋਈ ਸਿੱਕ ਮੁਰਾਦ ਬਰ ਨਾ ਆਈ। ਕੀ ਕਰਾਂ ਤੇ ਕੀ ਨਾ ਕਰਾਂ, ਕੁਝ ਸੁੱਝਦਾ ਨਹੀਂ। ਮਾਤਾ ਤ੍ਰਿਪਤਾ ਜੀ ਆਖਦੇ ਨੇ, ਰਾਏ ਜੀ ਨੂੰ ਆਖੋ ਕੁਝ ਉਹ ਸਮਝਾਵੇ। ਵੱਡਾ ਮਨੁੱਖ ਹੈ ਤੇ ਤਪੇ ਦਾ ਰਾਜਾ ਹੈ। ਲੂਣ ਵੀ ਉਹਦਾ ਖਾਂਦੇ ਹੋਏ। ਮਤੇ ਜੇ ਕਿਸੇ ਦੀ ਸਿੱਖਣ ਵਿਟ ਨਾਨਕ ਨੂੰ ਲੱਗ ਜਾਏ। ਅੱਗੋਂ ਪਿਤਾ ਕਾਲੂ ਜੀ ਆਖਦੇ ਨੇ, ਮੈਂ ਕੀ ਆਖਾਂ? ਮੈਂ ਕਮਲਾ, ਇੱਕੇ ਜਗ ਕਮਲਾ। ਰਾਏ ਵੀ ਆਖਦਾ ਹੈ, ਨਾਨਕ ਆਰਫ ਲੋਗ ਹੈ। ਜਦ ਦੀ ਮੱਝੀਆਂ ਦਾ ਖਾਧਾ ਖੇਤ ਹਰਾ ਹੋਣ ਵਾਲੀ ਗੱਲ ਵਰਤੀ ਹੈ ਤੇ ਸੱਪ ਦੀ ਛਾਇਆ ਉਸਦੇ ਸਿਰ ਤੇ ਤੱਕੀ, ਉਹ ਸਗੋਂ ਨਾਨਕ ਦਾ ਅਦਬ ਕਰਦਾ ਹੈ, ਮੈਨੂੰ ਮੱਤਾਂ ਦਿੰਦਾ ਹੈ। ਆਖਦਾ ਹੈ, ਨਾਨਕ ਧੁਰੋਂ ਆਇਆ ਹੈ। ਕੀ ਉਮਰਾਂ ਤੇ ਕੀ ਗੱਲਾਂ, ਕੀ ਅਰਬਲਾ ਤੇ ਕੀ ਕੌਤਕ। ਹੋਰ ਹੈਰਾਨ ਸਾਂ। ਸੋ ਦੱਸ ਭਾਗਾਂ ਵਾਲੀਏ, ਰਾਏ ਨੂੰ ਕੀ ਆਖਾਂ? ਜਦ ਕਦੇ ਕੁਛ ਆਖਿਆ ਹੈ, ਉਸ ਮੈਨੂੰ ਅਕਲ ਦਿੱਤੀ ਹੈ। ਨਾਨਕ ਨੂੰ ਕੋਈ ਸਿੱਖ ਮੱਤ ਨਹੀਂ ਦਿੱਤੀ। ਪਤਾ ਨਹੀਂ ਲੱਗਦਾ ਜੱਗ ਕਮਲਾ ਹੈ ਕਿ ਕਾਲੂ। ਅੱਗੋਂ ਫਿਰ ਮਾਤਾ ਤ੍ਰਿਪਤਾ ਜੀ ਆਖਦੇ ਹਨ, ਫਿਰ ਹੁਣ ਕੀ ਕਰੀਏ?
ਦੁੱਖ ਝਰਨ ਦਾ ਕੀ ਲਾਭ ਹੈ। ਜਿਵੇਂ ਹੋ ਰਹੀ ਹੈ ਸੋ ਹੋ ਰਹੀ ਹੈ, ਪੇਸ਼ ਕੋਈ ਜਾਂਦੀ ਨਹੀਂ, ਤੀਰ ਤੁੱਕਾ ਕੋਈ ਲੱਗਦਾ ਨਹੀਂ, ਦੇਖੀ ਚਲੋ ਜੋ ਹੁੰਦੀ ਹੈ। ਹੱਥਾਂ ਦੀ ਜਾਈ ਬੀਬੀ ਭਾਵ ਬੇਬੇ ਨਾਨਕੀ ਜੀ ਇਹੋ ਹੀ ਆਖਦੀ ਹੈ, ਤੁਸੀਂ ਤੱਕੋਗੇ ਵੀਰ ਆਪੇ ਜੋ ਕੁਛ ਕਰੇਗਾ ਸੋ ਭਲਾ ਹੋਵੇਗਾ, ਇਹ ਡਾਢਾ ਉੱਚਾ ਹੋਵੇਗਾ, ਵੇਖਾਂਗੇ ਕੀ ਹੁੰਦਾ ਹੈ। ਹਾਲੇ ਤਾਂ ਸਹਿਮਾਂ ਦੇ ਮੂੰਹ ਵਿੱਚ ਆਏ ਹੋਏ ਰਹਿੰਦੇ ਹਨ, ਭਾਵ ਐਨ ਅਡੋਲ ਚਿੱਤ ਜਿਹੜੇ ਉਹ ਲੰਮੇ ਪਏ ਰਹਿੰਦੇ ਹਨ। ਤ੍ਰਿਪਤਾ ਜੀ ਇਉਂ ਆਪਣੇ ਮਨ ਦੇ ਉਬਾਲ ਆਖੀ ਗਏ ਤੇ ਕਾਲੂ ਜੀ ਇਉਂ ਸੁਣਦੇ ਸੁਣਦੇ ਸੌਂ ਗਏ। ਕੀ ਦੇਖਦੇ ਹਨ, ਹੁਣ ਇੱਥੇ ਪਿਤਾ ਜੀ ਸੌਂ ਗਏ ਨੇ ਤੇ ਹੁਣ ਉਹਨਾਂ ਦੇ ਸੁੱਤਿਆਂ ਹੋਇਆਂ ਦਾ ਜਿਹੜਾ ਸੁਪਨਾ ਹੈ ਉਹ ਭਾਈ ਵੀਰ ਸਿੰਘ ਜੀ ਲਿਖਦੇ ਨੇ ਕਿ ਸਿਆਲ ਦੀ ਰੁੱਤ ਹੈ, ਇੱਕ ਨਦੀ ਵਹਿ ਰਹੀ ਹੈ, ਪਾਣੀ ਉਤਾਰੇ ਵਿੱਚ ਹੈ, ਪਰ ਤਦ ਵੀ ਚੋਖਾ ਹੈ, ਭਾਵ ਅਜੇ ਜ਼ਿਆਦਾ ਹੈ ਤੇ ਠੰਡਾ ਠਾਰ ਹੈ, ਤੜਕਸਾਰ ਹੈ, ਠੰਡੀ ਹਵਾ ਵਗ ਰਹੀ ਹੈ। ਕਾਲੂ ਜੀ ਆਪ ਜਲ ਦੇ ਵਿੱਚ ਖੜੇ ਹਨ ਤੇ ਤਪੱਸਿਆ ਕਰ ਰਹੇ ਹਨ। ਇਸ ਤਰ੍ਹਾਂ ਤਪ ਕਰਦਿਆਂ ਸੂਰਜ ਦੀ ਟਿੱਕੀ ਨਿਕਲ ਆਈ, ਪਰ ਬੱਦਲਾਂ ਨੇ ਛਾ ਲਈ ਤੇ ਫਿਰ ਘੁਸਮਸਾ ਜਿਹਾ ਛਾਇਆ ਰਿਹਾ। ਕਾਲੂ ਜੀ ਹੁਣ ਪਾਣੀ ਵਿੱਚੋਂ ਬਾਹਰ ਨਿਕਲੇ। ਭਾਵੇਂ ਮੁੱਦਤਾਂ ਤੋਂ ਤਪ ਕਰਦਿਆਂ ਸਰੀਰ ਨੂੰ ਸਰਦੀ ਗਰਮੀ ਸਹਾਰਨ ਦਾ ਸੁਭਾਅ ਹੋ ਚੁੱਕਾ ਸੀ, ਪਰ ਅੱਜ ਬਾਹਰ ਨਿਕਲ ਕੇ ਪਾਲਾ ਲੱਗਾ ਹੈ। ਅਰ ਚੰਗਾ ਦੱਦੋ ਡਿੱਕਾ ਜਿਹੜਾ ਹੈ ਲਾਉਣ ਵਾਲਾ ਹੈ, ਦੰਦਾਂ ਦੇ ਦੰਦ ਜਿੱਦਾਂ ਵੱਜਦੇ ਨਾ ਠੰਡ ਦੇ ਵਿੱਚ, ਉਸ ਤਰੀਕੇ ਨਾਲ ਇੰਨੀ ਠੰਡ ਲੱਗੀ ਹੈ। ਆਪ ਨੇ ਪਿੰਡਾ ਪੂੰਝਿਆ, ਲੰਗੋਟੀ ਬਦਲੀ, ਗਾਤੀ ਬੱਧੀ ਤੇ ਗੋਦੜੀ ਦੀ ਬੁੱਕਲ ਮਾਰੀ, ਕਰਮੰਡਲ ਸੰਭਾਲਿਆ, ਪਰ ਸਰੀਰ ਵਿੱਚ ਆਲਸ ਨਜ਼ਰੀ ਆਇਆ। ਇਸ ਕਰਕੇ ਇੱਕ ਬ੍ਰਿਛ ਦੇ ਮੁੱਢ ਨਾਲ ਢੋ ਲਾ ਕੇ ਬੈਠ ਗਏ। ਬੈਠੇ ਸਨ ਕਿ ਥੱਕੇ ਸਰੀਰ ਨੂੰ ਨੈਣ ਮੂੰਦ ਲਏ ਤੇ ਇੱਕ ਬੇਸੁਰਤੀ ਛਾ ਗਈ। ਕੀ ਦੇਖਦੇ ਹਨ ਕਿ ਕੋਈ ਦਿਵ ਮੂਰਤੀ ਸਾਹਮਣੇ ਆ ਖਲੋਤੀ ਹੈ ਤੇ ਆਖਦੀ ਹੈ, ਕਾਲੂ ਤੂੰ ਬੜਾ ਉਗਰ ਤਪ ਕੀਤਾ ਹੈ, ਹੁਣ ਤਾਂ ਤੇਰਾ ਸਰੀਰ ਵੀ ਹਾਰਨ ਵਾਲੇ ਟਿਕਾਣੇ ਆ ਗਿਆ ਹੈ, ਤੂੰ ਤਪ ਛੋੜ ਤੇ ਭਗਤੀ ਕਰ। ਅੱਗੋਂ ਕਾਲੂ ਜੀ, ਮੈਨੂੰ ਜੋ ਆਖੋ ਸੋ ਕਰਸਾਂ, ਪਰ ਮੇਰੇ ਮਨ ਦੀ ਮੁਰਾਦ ਹਾਸਲ ਥੀਵੇ ਹੋਵੇ। ਅੱਗੋਂ ਦਿਵ ਮੂਰਤੀ ਜੋ ਸੁਪਨੇ ਵਿੱਚ ਆ ਰਹੀ ਹੈ, ਬੋਲ ਫਿਰ ਆਪਣੇ ਮਨ ਦੀ ਮੁਰਾਦ। ਅੱਗੋਂ ਕਾਲੂ ਜੀ ਕਹਿੰਦੇ, ਉਹ ਜੋ ਰੱਬ ਹੈ ਜਿਸ ਨੂੰ ਜੋਤ ਸਰੂਪ ਆਖਦੇ ਹਨ, ਮੈਨੂੰ ਮੇਰੇ ਵਰਗਾ ਰੂਪ ਧਾਰ ਕੇ ਮਿਲੇ ਤੇ